Hi, this is Ishan Agarwal from Malerkola. I hope you all are doing well. आई ਹੋਪ ਤੁਸੀਂ ਸਾਰਿਆਂ ਨੇ ਨੈਸ਼ਨਲ ਇਨਕਮ ਦਾ ਪਾਰਟ 1 ਜ਼ਰੂਰ ਦੇਖਿਆ ਹੋਊਗਾ ਜਿਸ 'ਚ ਮੈंने ਕੁਝ ਬੇਸਿਕ ਟਰਮਸ ਤੁਹਾਨੂੰ ਪੜ੍ਹਾਈਆਂ ਸੀਗੀਆਂ। ਉਹ ਲੈਕਚਰ ਬਹੁਤ ਇੰਪੋਰਟੈਂਟ ਹੈ। ਜੋ ਸਟੂਡੈਂਟਸ ਡਾਇਰੈਕਟ ਮੇਰੀ ਇਹੀ ਵੀਡੀਓ ਦੇਖ ਰਹੇ हैं, ਮੇਰੀ ਰਿਕੁਐਸਟ ਹੈ ਕਿ ਤੁਸੀਂ ਪਹਿਲਾਂ ਪਾर्ट 1 ਦੇਖੋ ਕਿਉਂਕਿ ਜੋ ਅੱਜ ਦਾ ਲੈਕਚਰ ਹੈ ਉਹ ਸਾਰਾ ਇੰਟਰਲਿੰਕ ਹੈ ਪਾर्ट 1 ਦੇ ਨਾਲ, ਕਿਉਂਕਿ ਜੋ ਆਪਾਂ ਨੇ ਪਾर्ट 1 ਦੇ ਵਿੱਚ ਟਰਮਸ ਪੜ੍ਹੀਆਂ ਸੀ ਉਹਨਾਂ ਦੇ ਦੁਆਰਾ ਹੀ ਆਪਾਂ GDP, GNP, NNP ਤੇ NDP ਦਾ ਮਤਲਬ ਸਿੱਖਾਂਗੇ ਕੀ ਹੁੰਦਾ ਤੇ ਆਪਾਂ ਇਹਨੂੰ ਕਿਵੇਂ ਡੈਫੀਨੇਸ਼ਨ ਜੋ ਹੈ ਪ੍ਰੋਡਿਊਸ ਕਰਦੇ ਹਾਂ ਤੇ ਕੀ ਡਿਫਰੈਂਸਿਸ ਹੁੰਦੇ ਆ। ਸੋ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਜੋ ਸਟੂਡੈਂਟਸ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦੀ ਰਹੇ। ਬਾਕੀ ਤੁਸੀਂ ਸਾਡੇ ਨਾਲ ਇੰਸਟਾਗ੍ਰਾਮ ਐਂਡ ਫੇਸਬੁੱਕ ਹੈਂਡਲ ਤੇ ਵੀ ਕਨੈਕਟ ਹੋ ਸਕਦੇ ਹੋ ਜਿੱਥੇ ਅਸੀਂ ਡੇਲੀ ਦਾ ਕੁਇਜ਼ ਅਪਲੋਡ ਕਰਦੇ ਹਾਂ ਤੇ ਕਰੰਟ ਅਫੇਅਰ ਅਪਲੋਡ ਕਰਦੇ ਹਾਂ ਜੋ ਕਿ ਤੁਹਾਡੀ ਐਗਜ਼ਾਮ ਦੇ ਵਿੱਚ ਹੈਲਪ ਕਰਨਗੇ। ਸੋ ਅੱਜ ਦਾ ਲੈਕਚਰ ਆਪਾਂ ਦੇਖਦੇ ਹਾਂ ਕੀ ਕੁਝ ਪੜਾਂਗੇ। ਅੱਜ ਆਪਾਂ ਪੜਾਂਗੇ ਮੇਜਰਸ ਆਫ ਨੈਸ਼ਨਲ ਇਨਕਮ ਜੋ ਕੀ ਹੁੰਦੇ ਨੇ GDP ਗ੍ਰੋਸ ਡੋਮੈਸਟਿਕ ਪ੍ਰੋਡਕਟ, GNP ਗ੍ਰੋਸ ਨੈਸ਼ਨਲ ਪ੍ਰੋਡਕਟ, NDP ਨੈਟ ਡੋਮੈਸਟਿਕ ਪ੍ਰੋਡਕਟ, NNP ਨੈਟ ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕਾਸਟ ਐਂਡ ਮਾਰਕੀਟ ਪ੍ਰਾਈਸ। ਫੈਕਟਰ ਕਾਸਟ ਤੇ ਪੜਾਂਗੇ ਤੇ ਮਾਰਕੀਟ ਪ੍ਰਾਈਸ ਤੇ ਪੜਾਂਗੇ ਕਿ ਕੀ ਮਤਲਬ ਹੁੰਦਾ ਹੈ, ਕੀ ਡਿਫਰੈਂਸ ਹੁੰਦਾ ਹੈ। ਫੈਕਟਰ ਕਾਸਟ ਦੇ ਬਾਰੇ ਤੁਹਾਨੂੰ ਮੈਂ ਲੈਕਚਰ 1 'ਚ ਸਮਝਾਇਆ ਸੀਗਾ ਕਿਵੇਂ ਆਪਾਂ ਫੈਕਟਰ ਕਾਸਟ ਕੱਢਦੇ ਹਾਂ ਤੇ ਮਾਰਕੀਟ ਪ੍ਰਾਈਸ ਦਾ ਮਤਲਬ ਕੀ ਹੁੰਦਾ ਹੈ। ਸੋ ਅੱਜ ਦਾ ਆਪਾਂ ਲੈਕਚਰ ਸ਼ੁਰੂ ਕਰਦੇ ਹਾਂ। GDP ਐਟ FC ਐਂਡ MP ਕਿ ਜਿਹੜਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੈ ਉਹਦਾ ਮਤਲਬ ਕੀ ਹੈ FC ਤੇ MP ਦਾ। ਹੁਣ ਦੇਖੋ, ਹੁਣ ਮੈਂ ਉਰੇ ਕੀ ਕੀਤਾ, ਇੱਕ ਡੈਫੀਨੇਸ਼ਨ ਨੂੰ 4 ਪਾਰਟ ਦੇ ਵਿੱਚ ਡਿਵਾਈਡ ਕਰਤਾ ਹੈ ਤਾਂ ਕਿ ਤੁਹਾਨੂੰ ਆਸਾਨੀ ਰਹੇ ਕਿ ਤੁਸੀਂ ਆਪਣੇ ਆਪ ਡੈਫੀਨੇਸ਼ਨ ਨੂੰ ਜਨਰੇਟ ਕਰ ਸਕੋ। ਇੱਕ ਵਾਰ ਜੇ ਤੁਹਾਨੂੰ GDP ਸਮਝ ਲਿਆ ਕਿ ਕਿਵੇਂ ਇਹ ਡੈਫੀਨੇਸ਼ਨ ਜਨਰੇਟ ਹੋਈ ਹੈ ਤਾਂ ਤੁਸੀਂ ਬਾਕੀ GNP, NDP ਤੇ NNP ਨੂੰ ਆਪ ਹੀ ਲਿਖ ਲਓਗੇ ਕਿ ਉਹਨਾਂ ਦਾ ਕੀ ਮਤਲਬ ਹੋ ਸਕਦਾ ਹੈ। ਸੋ ਆਪਾਂ ਦੇਖਦੇ ਹਾਂ ਕਿ ਆਪਾਂ ਨੇ ਇਹਨਾਂ ਨੂੰ ਕਿਵੇਂ ਬ੍ਰੇਕ ਕੀਤਾ ਹੈ। ਹੁਣ ਦੇਖੋ ਤੁਹਾਡੇ ਸਾਹਮਣੇ ਕੀ ਲਿਖਿਆ ਹੋ ਰਿਹਾ GDP ਐਟ FC। ਆਪਾਂ ਜਿਹੜੀ ਇਹ ਡੈਫੀਨੇਸ਼ਨ ਕ੍ਰੀਏਟ ਕਰਾਂਗੇ ਆਪਾਂ ਪਿੱਛੋਂ ਬਣਾਉਣੀ ਸਟਾਰਟ ਕਰਾਂਗੇ FC ਤੋਂ। ਸੋ ਜਿਹੜਾ FC ਹੈ ਉਹਦੇ ਬਾਰੇ ਮੈंने ਸਭ ਤੋਂ ਪਹਿਲੇ ਬਲੌਕ 'ਚ ਲਿਖਿਆ ਹੈ, P ਦੇ ਬਾਰੇ ਸੈਕਿੰਡ 'ਚ ਲਿਖਿਆ ਹੈ, D ਦੇ ਬਾਰੇ ਥਰਡ ਬਲੌਕ 'ਚ ਲਿਖਿਆ ਹੈ ਤੇ G ਦੇ ਬਾਰੇ ਲਾਸਟ ਬਲੌਕ 'ਚ ਲਿਖਿਆ ਹੈ। ਹੁਣ ਦੇਖਦੇ ਹਾਂ ਆਪਾਂ ਇਹਦਾ ਮਤਲਬ ਕੀ ਬਣ ਗਿਆ GDP ਐਟ FC ਦਾ। ਦੇਖੋ FC ਦਾ ਕੀ ਮਤਲਬ ਹੈ, ਇਟ ਇਜ਼ ਅ ਸਮ ਟੋਟਲ ਆਫ ਫੈਕਟਰ ਇਨਕਮ ਅਰਨਡ। FC ਦਾ ਕੀ ਬਣ ਗਿਆ, ਫੈਕਟਰ ਇਨਕਮ। ਫੈਕਟਰ ਤੁਹਾਨੂੰ ਮੈਂ ਦੱਸਿਆ ਸੀਗਾ ਫੈਕਟਰ ਕਾਸਟ ਕਿਹੜੇ ਹੁੰਦੇ ਆ ਆਪਣੇ, ਜਿਹੜੇ ਲੈਂਡ, ਲੇਬਰ, ਕੈਪੀਟਲ ਤੇ ਐਂਟਰਪ੍ਰਾਈਜ਼ਸ ਦੇ ਉੱਪਰ ਆਪਾਂ ਲਗਾਉਂਦੇ ਆ ਉਹਨਾਂ ਨੂੰ ਕੀ ਕਹਿੰਦੇ ਆ, ਫੈਕਟਰ ਕਾਸਟ। ਉਹ ਅਗਰ ਆਪਣੇ ਲਈ ਕਾਸਟ ਹੈ ਤਾਂ ਜਿਨ੍ਹਾਂ ਨੂੰ ਉਹ ਰਿਸੀਵ ਹੋ ਰਹੀ ਹੈ ਉਹਨਾਂ ਲਈ ਕੀ ਹੋਇਆ, ਇਨਕਮ। ਸੋ ਆਪਾਂ ਨੇ ਉਰੇ ਵਰਡ ਕੀ ਯੂਜ਼ ਕੀਤਾ ਹੈ, ਫੈਕਟਰ ਇਨਕਮ। ਸੋ ਇਟ ਇਜ਼ ਅ ਸਮ ਟੋਟਲ ਆਫ ਫੈਕਟਰ ਇਨਕਮ ਅਰਨਡ ਫਰੋਮ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸਡ। P ਦਾ ਮਤਲਬ ਕੀ ਆ ਗਿਆ, ਪ੍ਰੋਡਕਟ। ਪ੍ਰੋਡਕਟ ਦੇ ਵਿੱਚ ਕੀ ਆ ਜਾਂਦੇ, ਗੁੱਡਸ ਐਂਡ ਸਰਵਿਸਿਜ਼। ਤੇ ਤੁਹਾਨੂੰ ਮੈਂ ਕੀ ਦੱਸਿਆ ਸੀ ਆਪਾਂ ਇਸ 'ਚ ਕਿਹੜੇ ਪ੍ਰੋਡਕਟ ਇਨਕਲੂਡ ਕਰਦੇ ਹਾਂ, ਸਿਰਫ ਫਾਈਨਲ ਪ੍ਰੋਡਕਟਸ। ਠੀਕ ਹੈ, ਫਰੋਮ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸਡ ਵਿਦਿਨ ਦਾ ਬਾਉਂਡਰੀ ਲਾਈਨ ਆਫ ਕੰਟਰੀ। D ਦਾ ਮਤਲਬ ਕੀ ਸੀਗਾ, ਡੋਮੈਸਟਿਕ। ਤੇ ਡੋਮੈਸਟਿਕ ਦਾ ਮਤਲਬ ਮੈਂ ਤੁਹਾਨੂੰ ਕੀ ਦੱਸਿਆ ਸੀਗਾ, ਮੈਂ ਤੁਹਾਨੂੰ ਦੱਸਿਆ ਸੀ ਨਾ ਐਗਜ਼ਾਮਪਲ ਦੇ ਕੇ ਕਿ ਇੰਡੀਆ ਹੈ ਤੇ ਆਸਟ੍ਰੇਲੀਆ। ਅਗਰ ਇੰਡੀਆ ਦੀ ਕੰਪਨੀ ਇੰਡੀਆ ਦੇ ਵਿੱਚ ਰਹਿ ਕੇ ਕੁਝ ਬਣਾ ਰਹੀ ਹੈ ਤੇ ਕੋਈ ਫੋਰਨ ਦੀ ਕੰਪਨੀ ਇੰਡੀਆ ਦੇ ਵਿੱਚ ਰਹਿ ਕੇ ਬਣਾ ਰਹੀ ਹੈ ਤਾਂ ਉਹ ਸਿਰਫ ਇੰਡੀਆ ਦੀ GDP ਦਾ ਪਾਰਟ ਆਪਾਂ ਮੰਨਾਂਗੇ। ਲੇਕਿਨ ਅਗਰ ਕੋਈ ਇੰਡੀਅਨ ਕੰਪਨੀ ਫੋਰਨ ਦੇ ਵਿੱਚ ਜਾ ਕੇ ਕੁਝ ਬਣਾ ਰਹੀ ਹੈ ਉਹ ਆਪਾਂ ਇੰਡੀਆ ਦਾ ਪਾਰਟ ਨਹੀਂ ਮੰਨਾਂਗੇ, ਉਹ ਫੋਰਨ ਕੰਟਰੀ ਦਾ ਹੀ ਪਾਰਟ ਮੰਨਾਂਗੇ। ਸੋ ਇਹਦਾ ਆਪਾਂ ਨੇ ਕੀ ਮਤਲਬ ਬਣਾਇਆ ਸੀਗਾ, ਕੋਈ ਅਗਰ ਇੰਡੀਅਨ ਕੰਪਨੀ ਇੰਡੀਆ ਦੇ ਵਿੱਚ ਚੀਜ਼ ਪ੍ਰੋਡਿਊਸ ਕਰ ਰਹੀ ਹੈ ਜਾਂ ਫਿਰ ਕੋਈ ਫੋਰਨ ਦੀ ਕੰਪਨੀ ਇੰਡੀਆ ਦੇ ਵਿੱਚ ਕੁਝ ਪ੍ਰੋਡਿਊਸ ਕਰ ਰਹੀ ਹੈ ਤਾਂ ਉਹ ਇੰਡੀਆ ਦੀ GDP ਦਾ ਪਾਰਟ ਹੋਊਗਾ। ਲੇਕਿਨ ਅਗਰ ਕੋਈ ਇੰਡੀਅਨ ਕੰਪਨੀ ਆਸਟ੍ਰੇਲੀਆ ਦੇ ਵਿੱਚ ਜਾ ਕੇ ਕੁਝ ਪ੍ਰੋਡਿਊਸ ਕਰ ਰਹੀ ਹੈ ਜਾਂ ਕੋਈ ਇੰਡੀਆ ਦਾ ਬੰਦਾ ਆਸਟ੍ਰੇਲੀਆ ਦੇ ਵਿੱਚ ਜਾ ਕੇ ਇਨਕਮ ਅਰਨ ਕਰ ਰਿਹਾ ਹੈ ਤਾਂ ਉਹ ਆਸਟ੍ਰੇਲੀਆ ਦੀ GDP ਦਾ ਪਾਰਟ ਹੋਊਗਾ, ਨਾ ਕਿ ਇੰਡੀਆ ਦੀ। ਸੋ ਇੱਥੇ ਆਪਾਂ ਨੇ ਕੀ ਯੂਜ਼ ਕੀਤਾ ਹੈ, ਵਿਦ ਇਨ ਦੀ ਬਾਉਂਡਰੀ ਲਾਈਨ ਆਫ ਦਾ ਕੰਟਰੀ, ਕਿ ਜਿਹੜੀ ਆਪਣੀ ਇੰਡੀਆ ਦੀ ਟੈਰੀਟਰੀ ਹੈ ਉਹਦੇ ਵਿੱਚ ਰਹਿ ਕੇ ਜੋ ਇਨਕਮ ਹੋ ਰਹੀ ਹੈ ਜਾਂ ਜੋ ਚੀਜ਼ਾਂ ਪ੍ਰੋਡਿਊਸ ਹੋ ਰਹੀਆਂ ਉਹਨੂੰ ਕਾਊਂਟ ਕਰਾਂਗੇ। ਇਨਕਲੂਡਿੰਗ ਡੈਪਰੀਸ਼ੀਏਸ਼ਨ ਇਨ ਐਨ ਅਕਾਊਂਟਿੰਗ ਈਅਰ। ਗ੍ਰੋਸ ਦਾ ਮਤਲਬ ਤੁਹਾਨੂੰ ਮੈਂ ਕੀ ਦੱਸਿਆ ਸੀਗਾ, G ਦਾ ਮਤਲਬ ਕੀ ਹੁੰਦਾ ਹੈ, ਟੋਟਲ। ਟੋਟਲ ਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ। ਗ੍ਰੋਸ ਦਾ ਆਪਾਂ ਨੇ ਪੜ੍ਹਿਆ ਸੀਗਾ ਐਡੀਸ਼ਨਲ ਇਨਵੈਸਟਮੈਂਟ ਜਿਹੜੀ ਆਪਾਂ 1 ਸਾਲ ਦੇ ਅੰਦਰ ਕਰਦੇ ਹਾਂ ਡਿਊਰਿੰਗ ਐਨ ਅਕਾਊਂਟਿੰਗ ਈਅਰ, ਉਹਨੂੰ ਆਪਾਂ ਕੀ ਕਰਨੇ ਹੁੰਦੇ ਆ, ਗ੍ਰੋਸ। ਉਸ 'ਚ ਕੀ ਹੁੰਦਾ, ਡੈਪਰੀਸ਼ੀਏਸ਼ਨ ਹਜੇ ਆਪਾਂ ਨੇ ਲੈਸ ਨਹੀਂ ਕੀਤੀ ਹੁੰਦੀ ਤਾਂ ਟੋਟਲ ਜਿੰਨੀ ਇਨਵੈਸਟਮੈਂਟ ਹੁੰਦੀ ਹੈ ਉਹਨੂੰ ਆਪਾਂ ਗ੍ਰੋਸ ਦੇ ਅੰਦਰ ਲੈ ਲੈਂਦੇ ਹਾਂ ਇਨ ਐਨ ਅਕਾਊਂਟਿੰਗ ਈਅਰ। ਅਕਾਊਂਟਿੰਗ ਈਅਰ ਤੁਹਾਨੂੰ ਮੈਂ ਕੀ ਦੱਸਿਆ ਸੀਗਾ, 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ। ਇੱਥੇ ਕਈ ਵਾਰ ਸੇਮ ਈਅਰ ਵੀ ਲਿਖਿਆ ਹੁੰਦਾ ਹੈ, ਸੋ ਕਈ ਵਾਰ ਅਕਾਊਂਟਿੰਗ ਈਅਰ ਵੀ ਲਿਖਿਆ ਹੁੰਦਾ ਹੈ। ਮਤਲਬ ਉਹ ਉਹਨਾਂ ਦਾ ਕਹਿਣ ਦਾ ਇਹ ਹੁੰਦਾ ਹੈ ਕਿ ਸਿਰਫ ਸੇਮ ਈਅਰ ਦੇ ਵਿੱਚ ਕਿ ਜਿਵੇਂ 1 ਅਪ੍ਰੈਲ ਤੋਂ 31 ਮਾਰਚ ਦੇ ਵਿੱਚ ਦੀ ਅਸੀਂ ਐਂਟਰੀ ਲਵਾਂਗੇ, 1 ਅਪ੍ਰੈਲ 2019 ਤੋਂ ਲੈ ਕੇ 31 ਮਾਰਚ 2020 ਤੱਕ ਦੀਆਂ। ਐ ਨਹੀਂ ਹੈਗਾ ਕਿ 1 ਅਪ੍ਰੈਲ 2018 ਦੀ ਵੀ ਐਂਟਰੀ ਚੱਕ ਰਹੇ ਹੋ ਤੇ 1 ਅਪ੍ਰੈਲ 2019 ਦੀ ਵੀ ਐਂਟਰੀ ਚੱਕ ਰਹੇ ਹੋ। ਸੋ ਇਹਦੀ ਕੀ ਡੈਫੀਨੇਸ਼ਨ ਬਣ ਗਈ, ਇਟ ਇਜ਼ ਅ ਸਮ ਟੋਟਲ ਆਫ ਫੈਕਟਰ ਇਨਕਮ ਅਰਨਡ
from goods and services produced within the boundary line of country including depreciation in an accounting year। ਇਹ ਹੋ ਗਿਆ FC ਦਾ। ਤੇ ਹੁਣ ਦੇਖੋ MP ਦਾ ਮਤਲਬ ਕੀ ਆਊਗਾ, ਇੱਥੇ ਸਿਰਫ ਪਹਿਲੇ ਬਲੌਕ 'ਚ ਡਿਫਰੈਂਸ ਆ ਜੂ, ਇੱਥੇ ਕਿਸੇ FC ਇੱਥੇ ਕਿਸੇ MP ਆ ਜਾਊਗਾ, ਤਾਂ ਇੱਥੇ ਥੋੜਾ ਜਿਹਾ ਡਿਫਰੈਂਸ ਕੀ ਆਊਗਾ, ਇਟ ਇਜ਼ ਦ ਸਮ ਟੋਟਲ ਆਫ ਮਾਰਕੀਟ ਵੈਲਿਊ of goods and services produced within the boundary line of country including the depreciation in an accounting year। so ਇੱਥੇ ਕੀ ਆਇਆ, ਫੈਕਟਰ ਇਨਕਮ ਦੀ ਜਗ੍ਹਾ ਕੀ ਆ ਗਿਆ, ਮਾਰਕੀਟ ਵੈਲਿਊ। ਹੁਣ ਤੁਹਾਨੂੰ ਮੈਂ ਦੱਸਿਆ ਸੀਗਾ FC ਵਰਸਿਸ ਮਾਰਕੀਟ ਵੈਲਿਊ, ਯਾਨੀ ਕਿ ਇਹਨਾਂ ਦਾ ਕੀ ਡਿਫਰੈਂਸ ਹੁੰਦਾ ਹੈ। ਮਾਰਕੀਟ ਵੈਲਿਊ ਕੱਢਣ ਦਾ ਮੈਂ ਤੁਹਾਨੂੰ ਫਾਰਮੂਲਾ ਦੱਸਿਆ ਸੀ, FC ਦੇ ਵਿੱਚ ਆਪਾਂ ਕੀ ਕਰ ਦਿੰਦੇ ਆ, ਨੈਟ ਇਨਡਾਇਰੈਕਟ ਟੈਕਸਿਸ ਐਡ ਕਰ ਦਿੰਦੇ ਆ। ਨੈਟ ਇਨਡਾਇਰੈਕਟ ਟੈਕਸਿਸ ਕੀ ਕਰਦੇ ਆ, ਆਪਾਂ ਐਡ ਕਰ ਦਿੰਦੇ ਆ। ਕਿਉਂ, ਹੁਣ ਦੇਖੋ ਅਗਰ ਜਿਹੜੀ ਤੁਹਾਡੀ ਗੁੱਡ ਹਜੇ ਤੱਕ ਤੁਹਾਡੀ ਫੈਕਟਰੀ 'ਚ ਪਈ ਹੈ, ਤਾਂ ਤੁਸੀਂ ਹਜੇ ਜਦੋਂ ਦੀ ਕੋਸਟ ਆਪਾਂ ਕੈਲਕੂਲੇਟ ਕਰਦੇ ਹਾਂ, ਤਾਂ ਜਿਹੜੀ ਤੁਹਾਡੀ ਫੈਕਟਰ ਆਪਣੇ ਕੈਲਕੂਲੇਟ ਕੀਤੇ ਸੀ 4, ਉਹਨਾਂ ਦੇ ਉੱਪਰ ਜਿਹੜੀ ਆਪਣੀ ਕੋਸਟ ਲੱਗੀ ਹੈ ਸਿਰਫ ਉਹੀ ਇਨਕਲੂਡ ਕਰਕੇ ਆਪਾਂ ਉਹਦਾ ਪ੍ਰਾਈਸ ਡਿਸਾਈਡ ਕਰ ਲੈਂਦੇ ਹਾਂ। ਲੇਕਿਨ ਜਦੋਂ ਉਹ ਤੁਸੀਂ ਪ੍ਰੋਡਕਟ ਮਾਰਕੀਟ 'ਚ ਵੇਚਣ ਲਈ ਲਾਂਚ ਕਰਦੇ ਹੋ, ਤਾਂ ਗੌਰਮੈਂਟ ਦੀ ਨਿਗਾਹ ਹੁੰਦੀ ਹੈ ਕਿ ਹੁਣ ਪ੍ਰੋਡਕਟ ਮਾਰਕੀਟ 'ਚ ਆਇਆ, ਆਪਾਂ ਇਹਨਾਂ ਦੇ ਉੱਪਰ ਕੀ ਲਗਾ ਦਈਏ, ਟੈਕਸਿਸ ਲਗਾ ਦਈਏ, ਇਨਡਾਇਰੈਕਟ ਟੈਕਸਿਸ ਇੰਪੋਜ਼ ਕਰ ਦਈਏ ਗੁੱਡਸ ਐਂਡ ਸਰਵਿਸਿਜ਼ ਦੇ ਉੱਪਰ, ਜਿਸ ਨਾਲ ਜਿਹੜੀ ਉਹ ਗੁੱਡ ਦੀ ਵੈਲਿਊ ਕੀ ਹੋ ਜਾਂਦੀ ਹੈ, ਵੱਧ ਜਾਂਦੀ ਹੈ। ਸੋ ਆਪਾਂ ਜਿਹੜੀ ਫੈਕਟਰੀ ਦੇ ਅੰਦਰ ਜਨਰੇਟ ਹੋਈ ਕੋਸਟ ਹੈ ਪਲੱਸ ਜਿਹੜੇ ਗਵਰਨਮੈਂਟ ਟੈਕਸ ਲਗਾਉਂਦੀ ਹੈ ਕਿ ਹੁਣ ਤੁਸੀਂ ਮਾਰਕੀਟ 'ਚ ਵੇਚਣ ਲੱਗੇ ਹੋ, ਤਾਂ ਤੁਹਾਨੂੰ ਕੁਝ ਪਾਰਟ ਸਾਨੂੰ ਦੇਣਾ ਪਊਗਾ ਇਨ ਦੀ ਫਾਰਮ ਆਫ ਟੈਕਸ, ਉਹ ਦੋਨਾਂ ਨੂੰ ਐਡ ਕਰਕੇ ਕੀ ਬਣ ਜਾਂਦੀ ਹੈ ਤੁਹਾਡੀ ਗੁੱਡਸ ਦੀ ਮਾਰਕੀਟ ਵੈਲਿਊ, ਕਿ ਹੁਣੇ ਮਾਰਕੀਟ 'ਚ ਇਹ ਵੈਲਿਊ ਤੇ ਵਿਕੂਗਾ। ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਊਗਾ। ਇਹ ਕਨਸੈਪਟ ਯਾਦ ਰੱਖਿਓ ਕਿ ਆਪਾਂ ਨੇ ਡੈਫੀਨੇਸ਼ਨ ਕਿਵੇਂ ਜਨਰੇਟ ਕੀਤੀ ਹੈ, ਕਿਉਂਕਿ ਹੁਣ GNP NDP ਤੇ NNP ਦੀ ਡੈਫੀਨੇਸ਼ਨ ਵੀ ਆਪਾਂ ਐਵੇਂ ਹੀ ਕ੍ਰੀਏਟ ਕਰਾਂਗੇ। ਸੋ ਦੇਖਦੇ ਹਾਂ ਹੁਣ ਇਹਨਾਂ ਦੇ ਫੀਚਰਸ ਕੀ ਹੈ। GDP FC ਦਾ ਤੁਹਾਨੂੰ ਮੈਂ ਡੈਫੀਨੇਸ਼ਨ ਪਿਛਲੀ ਸਲਾਈਡ 'ਚ ਦੱਸ ਚੁੱਕਿਆ, ਉਹੀ ਲਿਖਿਆ ਹੋਇਆ ਇਹ। ਹੁਣ ਦੇਖਦੇ ਹਾਂ ਕੀ ਹੈ, ਗ੍ਰੋਸ ਇਨਕਲੂਡਿੰਗ ਡੈਪਰੀਸ਼ੀਏਸ਼ਨ ਤੁਹਾਨੂੰ ਦੱਸ ਚੁੱਕਾ ਸੀ ਲੈਕਚਰ 1 'ਚ। P ਦਾ ਮਤਲਬ ਕੀ ਹੈ, ਫਾਈਨਲ ਪ੍ਰੋਡਕਟਸ ਇਨਕਲੂਡ ਕਰਾਂਗੇ। ਡੋਮੈਸਟਿਕ ਬਾਏ ਰੈਜ਼ੀਡੈਂਟ ਔਰ ਨॉन ਰੈਜ਼ੀਡੈਂਟ ਆਫ ਕੰਟਰੀ ਇਨ ਇੰਡੀਆ, ਚਾਹੇ ਉਹ ਇੰਡੀਅਨ ਦੇ ਰੈਜ਼ੀਡੈਂਟ ਹੈ, ਚਾਹੇ ਉਹ ਆਪਣੇ ਕੋਈ ਫੋਰਨ ਦੇ ਬੰਦੇ ਉਰੇ ਆ ਕੋਈ ਚੀਜ਼ ਪ੍ਰੋਡਿਊਸ ਕਰ ਰਹੇ ਆ, ਫਿਰ ਇਨਕਮ ਜਨਰੇਟ ਕਰ ਰਹੇ ਆ, ਉਹ ਇੰਡੀਆ ਦੀ GDP ਦਾ ਪਾਰਟ ਮੰਨਿਆ ਜਾਊਗਾ। FC ਦਾ ਮਤਲਬ ਕੀ ਸੀਗਾ, ਨੈਟ ਇਨਡਾਇਰੈਕਟ ਟੈਕਸਿਸ ਆਰ ਨਾਟ ਕੰਸੀਡਰਡ, ਉਹੀ ਫੈਕਟਰੀ ਕੋਸਟ ਦੇ ਵਿੱਚ ਇਨਡਾਇਰੈਕਟ ਟੈਕਸਿਸ हैं ਜਿਹੜੇ ਉਹ ਆਪਾਂ ਕੰਸੀਡਰ ਨਹੀਂ ਕਰਦੇ। ਹੁਣ ਇੱਥੇ MP ਦਾ ਕੀ ਆ ਗਿਆ, ਗ੍ਰੋਸ ਇਨਕਲੂਡਿੰਗ ਡੈਪਰੀਸ਼ੀਏਸ਼ਨ। P ਫਾਈਨਲ ਪ੍ਰੋਡਕਟਸ, ਡੋਮੈਸਟਿਕ ਦਾ ਮਤਲਬ ਸੇਮ ਹੈ, ਬਸ MP ਦਾ ਡਿਫਰੈਂਸ ਆ ਗਿਆ। ਸੋ ਇਹ ਦੋਨਾਂ 'ਚ ਕੀ ਹੈ, GDP ਐਟ FC ਤੇ GDP ਐਟ MP 'ਚ ਸਿਰਫ ਇੱਕ ਡਿਫਰੈਂਸ ਹੈ ਕਿ ਇਹਦੇ ਵਿੱਚ ਜਿਹੜਾ ਨੈਟ ਇਨਡਾਇਰੈਕਟ ਟੈਕਸ ਹੈ ਉਹ ਕੰਸੀਡਰਡ ਨਹੀਂ ਕੀਤਾ ਜਾਂਦਾ ਤੇ ਇਹਦੇ ਵਿੱਚ ਕੰਸੀਡਰਡ ਆਪਾਂ ਕਰਦੇ ਹਾਂ, ਬਸ ਇੰਨਾ ਕੁ ਡਿਫਰੈਂਸ ਹੈ। ਨੈਕਸਟ ਦੇਖਦੇ ਹਾਂ GNP ਐਟ FC ਐਂਡ MP। ਹੁਣ ਦੇਖੋ ਬਾਕੀ ਸਾਰਾ ਕੁਝ ਸੇਮ ਰਹੂਗਾ, ਜਿਵੇਂ ਜਿਵੇਂ ਉਰੇ ਵਰਡ ਚੇਂਜ ਹੁੰਦਾ ਰਹੂਗਾ, ਉਹੀ ਬਲੌਕ ਸਿਰਫ ਡੈਫੀਨੇਸ਼ਨ ਦੇ ਅਕਸ਼ਰ ਚੇਂਜ ਹੁੰਦੇ ਰਹਿਣਗੇ। ਹੁਣ ਕੀ ਹੈ, FC ਦਾ ਉਹੀ ਰਹੂਗਾ, ਇਟ ਇਜ਼ ਅ ਸਮ ਟੋਟਲ ਆਫ ਫੈਕਟਰ ਇਨਕਮ ਅਰਨਡ। P ਵੀ ਸੇਮ ਰਹੂਗਾ, ਫਰੋਮ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸਡ। ਹੁਣ ਫਰਕ ਕਿੱਥੇ ਪੈ ਗਿਆ, D ਦੀ ਜਗ੍ਹਾ ਕੀ ਆ ਗਿਆ ਆਪਣਾ N ਦਾ ਮਤਲਬ ਕੀ ਹੁੰਦਾ, ਨੈਸ਼ਨਲ। ਤੇ ਨੈਸ਼ਨਲ ਦਾ ਆਪਾਂ ਨੇ ਕੀ ਪੜ੍ਹਿਆ ਸੀਗਾ ਕਿ ਕੋਈ ਵੀ ਅਗਰ ਕੋਈ ਗੁੱਡ ਪ੍ਰੋਡਿਊਸ ਹੋ ਰਹੀ ਹੈ ਕੋਈ ਇੰਡੀਅਨ ਪੀਪਲ ਦੇ ਦੁਆਰਾ, ਚਾਹੇ ਉਹ ਇੰਡੀਆ ਦੇ ਵਿੱਚ ਰਹਿ ਕੇ ਚਾਹੇ ਕੋਈ ਆਸਟ੍ਰੇਲੀਆ ਦੇ ਵਿੱਚ ਰਹਿ ਕੇ, ਉਹ ਆਪਾਂ ਕਿਹਦਾ ਪਾਰਟ ਮੰਨਾਂਗੇ, ਇੰਡੀਆ ਦੀ GNP ਦਾ। ਅਗਰ ਕੋਈ ਇੰਡੀਅਨ ਪਰਸਨ ਇਨਕਮ ਜਨਰੇਟ ਇੰਡੀਆ ਦੇ ਵਿੱਚ ਕਰ ਰਿਹਾ ਹੈ ਤੇ ਆਸਟ੍ਰੇਲੀਆ ਦੇ ਵਿੱਚ ਕਰ ਰਿਹਾ ਹੈ, ਤਾਂ ਜਿਹੜੀ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀ ਉਹ ਇੰਡੀਅਨ ਪੀਪਲ ਇਨਕਮ ਜਨਰੇਟ ਕਰ ਰਿਹਾ ਹੈ ਉਹ ਵੀ ਇੰਡੀਆ ਦੀ GNP ਦਾ ਪਾਰਟ ਹੋਊਗਾ। ਸੋ ਇਸੀ ਤਰ੍ਹਾਂ ਅਗਰ ਕੋਈ ਆਸਟ੍ਰੇਲੀਆ ਦਾ ਪਰਸਨ ਇੰਡੀਆ ਦੇ ਵਿੱਚ ਆ ਕੇ ਇਨਕਮ ਜਨਰੇਟ ਕਰ ਰਿਹਾ ਹੈ ਤਾਂ ਉਹ ਕਿਹਦਾ ਪਾਰਟ ਹੋਊਗਾ, ਆਸਟ੍ਰੇਲੀਆ ਦੀ GNP ਦਾ ਪਾਰਟ ਹੋਊਗਾ। ਸੋ ਆਪਾਂ ਇਹਦੇ ਲਈ ਇੱਕ ਵਰਡ ਆਪਾਂ ਨੇ ਬਣਾਇਆ ਸੀ, ਤੁਹਾਨੂੰ ਮੈਂ ਸਮਝਾਇਆ ਸੀਗਾ ਕੀ ਹੁੰਦਾ ਹੈ, ਨੈਟ ਫੈਕਟਰ ਇਨਕਮ ਫਰੋਮ ਅਬਰੋਡ। ਨੈਟ ਫੈਕਟਰ ਇਨਕਮ ਫਰੋਮ ਅਬਰੋਡ, ਕਿ ਆਪਾਂ ਨੂੰ ਅਬਰੋਡ ਤੋਂ ਨੈਟ ਇਨਕਮ ਕਿੰਨੀ ਆਈ ਹੈ। ਤੇ ਇਹਦਾ ਆਪਾਂ ਨੇ ਫਾਰਮੂਲਾ ਕੀ ਪੜਿਆ ਸੀਗਾ, ਫੈਕਟਰ ਇਨਕਮ earned from abroad minus factor income paid to abroad। ਇਹਦਾ ਮਤਲਬ ਕੀ ਹੋਇਆ, ਜਿਹੜੇ ਲੋਕ ਆਪਣੇ ਇੰਡੀਆ ਤੋਂ ਬਾਹਰ ਰਹਿ ਕੇ ਪੈਸਾ ਕਮਾ ਰਹੇ ਹੈ ਉਹਨਾਂ ਦੀ ਇਨਕਮ ਨੂੰ ਐਡ ਕਰਾਂਗੇ, ਮਾਈਨਸ ਕੀ ਕਰ ਦਾਂਗੇ, ਜਿਹੜੇ ਫੋਰਨਰਸ ਇੰਡੀਆ ਦੇ ਵਿੱਚ ਰਹਿ ਕੇ ਪੈਸਾ ਕਮਾ ਰਹੇ ਹੈ, ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸ ਕਰ ਰਹੇ ਹੈ, ਉਹਨਾਂ ਦੀ ਇਨਕਮ ਨੂੰ ਆਪਾਂ ਲੈਸ ਕਰ ਦਾਂਗੇ, ਜਿਸ ਨਾਲ ਆਪਣੇ ਕੋਲ ਕੀ ਆ ਜਾਊਗਾ, ਨੈਟ ਫੈਕਟਰ ਇਨਕਮ ਫਰੋਮ ਅਬਰੋਡ, ਕਿ ਆਪਾਂ ਨੂੰ ਨੈਟ ਫੈਕਟਰ ਕਿੰਨੀ ਆਈ ਹੈ ਇਨਕਮ ਬਾਹਰਲੇ ਦੇਸ਼ਾਂ ਤੋਂ, ਉਹਨਾਂ ਨੂੰ ਆਪਾਂ D ਦੇ ਵਿੱਚ ਜਦੋਂ ਐਡ ਕਰ ਦਾਂਗੇ ਤਾਂ ਉਹ N ਬਣ ਜਾਂਦਾ ਹੈ। ਡੋਮੈਸਟਿਕ ਦੇ ਵਿੱਚ ਆਪਾਂ ਇਹਨੂੰ ਕੀ ਕਰ ਦਿੰਦੇ ਹਾਂ, ਪਲੱਸ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਨੂੰ ਜਦੋਂ ਐਡ ਕਰ ਦਿੰਦੇ ਹਾਂ ਤਾਂ ਉਹ ਕੀ ਬਣ ਜਾਂਦਾ ਹੈ, ਨੈਸ਼ਨਲ। ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਊਗਾ, ਮੈਂ ਤੁਹਾਨੂੰ ਲੈਕਚਰ 1 'ਚ ਵੀ ਤੁਹਾਨੂੰ ਸਮਝਾ ਰੱਖਿਆ ਹੈ ਮੈਨੇ।
ਸੋ ਕੀ ਬਣ ਗਿਆ ਬਾਈ ਨਾਰਮਲ ਰੈਜ਼ੀਡੈਂਟ ਆਫ ਕੰਟਰੀ ਐਨੀਵੇਅਰ ਇਨ ਦਾ ਵਰਲਡ, ਮਤਲਬ ਕਿ ਜਿਹੜਾ ਆਪਣਾ ਇੰਡੀਆ ਦੇ ਰੈਜ਼ੀਡੈਂਟ ਦਾ ਬੰਦਾ ਹੈ ਉਹ ਵਰਲਡ 'ਚ ਜਿੱਥੋਂ ਮਰਜ਼ੀ ਇਨਕਮ ਜਨਰੇਟ ਕਰ ਰਿਹਾ ਉਹਨੂੰ ਆਪਾਂ ਕਾਊਂਟ ਕਰਾਂਗੇ, ਇਨਕਲੂਡਿੰਗ ਡੈਪਰੀਸ਼ੀਏਸ਼ਨ ਇਨ ਐਨ ਅਕਾਊਂਟਿੰਗ ਈਅਰ। ਕਿ ਡੈਪਰੀਸ਼ੀਏਸ਼ਨ ਇਨਕਲੂਡ ਕਰਾਂਗੇ, ਕਿਉਂ? ਡੈਪਰੀਸ਼ੀਏਸ਼ਨ ਦਾ ਮਤਲਬ ਤੁਹਾਨੂੰ ਮੈਂ ਕੀ ਦੱਸਿਆ ਸੀ, ਗ੍ਰੋਸ ਦਾ ਵਿੱਚ ਕੀ ਹੁੰਦਾ ਟੋਟਲ, ਅਗਰ ਐਨ ਹੁੰਦਾ ਉਰੇ ਕੀ ਹੁੰਦਾ ਐਕਸਕਲੂਡਿੰਗ ਡੈਪਰੀਸ਼ੀਏਸ਼ਨ। ਸੋ ਇਹ ਸਿੰਪਲ ਹੈ। GNP ਐਟ MP ਦਾ ਮਤਲਬ ਕੀ ਆ ਗਿਆ, ਹੁਣ ਦੇਖੋ ਕਿੱਥੇ ਡਿਫਰੈਂਸ ਆ ਗਿਆ ਸਿਰਫ ਫਸਟ ਦੇ ਵਿੱਚ। ਸੋ ਕੀ ਬਣ ਜਾਊਗਾ FC ਦੀ ਜਗ੍ਹਾ ਮਾਰਕੀਟ ਵੈਲਿਊ। ਇਟ ਇਜ਼ ਦਾ ਸਮ ਟੋਟਲ ਆਫ ਮਾਰਕੀਟ ਵੈਲਿਊ of goods and services produced by normal resident of country anywhere in world including depreciation in an accounting year। ਦੇਖਦੇ ਹਾਂ ਆਪਾਂ ਅਗਲੀ ਸਲਾਈਡ 'ਚ ਇਹਨੂੰ ਕਲੀਅਰ ਕਰਦੇ ਹਾਂ। ਸੋ ਕੀ ਮਤਲਬ ਆਇਆ ਦਾ, ਇਟ ਇਜ਼ ਅ ਸਮ ਟੋਟਲ ਆਫ ਫੈਕਟਰ ਇਨਕਮ ਅਰਨਡ ਫਰੋਮ ਪ੍ਰੋਡਕਟਸ ਪ੍ਰੋਡਿਊਸਡ ਬਾय ਨੋਰਮਲ ਰੈਜ਼ੀਡੈਂਟ ਆਫ ਕੰਟਰੀ। ਇੱਥੇ ਤੁਸੀਂ ਬਸ ਧਿਆਨ ਦੇਣਾ GDP ਤੇ GNP ਦਾ, ਜਦੋਂ ਤੁਸੀਂ ਕੋਈ ਡਿਫਰੈਂਸ ਕਰੋਗੇ ਕਿ ਉੱਥੇ ਕੀ ਸੀ ਵਿਦ ਇਨ ਦਾ ਬਾਉਂਡਰੀ ਲਾਈਨ ਆਫ ਕੰਟਰੀ, ਇੱਥੇ ਕੀ ਆਉਂਦਾ ਬਾਈ ਨਾਰਮਲ ਰੈਜ਼ੀਡੈਂਟ ਆਫ ਕੰਟਰੀ ਐਨੀਵੇਅਰ ਇਨ ਦਾ ਵਰਲਡ, ਕਿ ਉਹ ਵਰਲਡ 'ਚ ਜਿੱਥੋਂ ਮਰਜ਼ੀ ਰਹਿ ਕੇ ਪ੍ਰੋਡਿਊਸ ਕਰੇ ਲੇਕਿਨ ਉਹ ਇੰਡੀਆ ਦਾ ਬੰਦਾ ਹੋਣਾ ਚਾਹੀਦਾ ਹੈ। ਉਹਦੀ ਆਪਾਂ ਇਨਕਮ ਨੂੰ ਐਡ ਕਰਾਂਗੇ GNP ਦੇ ਵਿੱਚ। ਬਟ ਆਪਾਂ GDP 'ਚ ਕੀ ਕਰਦੇ ਸੀ, ਕੋਈ ਫੋਰਨਰ ਬੰਦਾ ਇੰਡੀਆ ਦੇ ਵਿੱਚ ਰਹਿ ਕੇ ਕੋਈ ਇਨਕਮ ਜਨਰੇਟ ਕਰ ਰਿਹਾ ਸੀ ਉਹਨੂੰ ਆਪਾਂ ਇੰਡੀਆ ਦੀ GDP ਦਾ ਪਾਰਟ ਮੰਨਦੇ ਸੀ। ਲੇਕਿਨ ਜਦੋਂ GNP 'ਚ ਕੀ ਹੁੰਦਾ ਇਹ ਕੰਸੈਪਟ ਨਹੀਂ ਹੁੰਦਾ। GNP 'ਚ ਅਗਰ ਕੋਈ ਫੋਰਨਰ ਆਪਣੇ ਇੰਡੀਆ 'ਚ ਰਹਿ ਕੇ ਇਨਕਮ ਪ੍ਰੋਡਿਊਸ ਕਰ ਰਿਹਾ ਤਾਂ ਜਿਹੜੀ ਕੰਟਰੀ ਤੋਂ ਬਿਲੋਂਗ ਕਰਦਾ ਹੈ ਉਹੀ ਕੰਟਰੀ ਦੀ GNP 'ਚ ਆਪਾਂ ਨੂੰ ਕੈਲਕੂਲੇਟ ਕਰਾਂ। ਸੋ ਨਾਰਮਲ ਰੈਜ਼ੀਡੈਂਟ ਆਫ ਕੰਟਰੀ ਐਨੀਵੇਅਰ ਇਨ ਦਾ ਵਰਲਡ ਇਨਕਲੂਡਿੰਗ ਡੈਪਰੀਸ਼ੀਏਸ਼ਨ ਇਨ ਐਨ ਅਕਾਊਂਟਿੰਗ ਈਅਰ। ਸੋ ਗ੍ਰੋਸ ਦਾ ਮਤਲਬ ਤੁਹਾਨੂੰ ਮੈਂ ਦੱਸ ਚੁੱਕਾ, P ਦਾ ਮਤਲਬ ਦੱਸ ਚੁੱਕਾ, ਨੈਸ਼ਨਲ ਕੀ ਹੋ ਗਿਆ ਬਾਈ ਨਾਰਮਲ ਰੈਜ਼ੀਡੈਂਟ ਆਫ ਕੰਟਰੀ ਐਨੀਵੇਅਰ ਇਨ ਦਾ ਵਰਲਡ। ਇੱਕ ਤਾਂ ਇਹ ਚੇਂਜ ਆਇਆ ਹੈ। ਅਗਰ ਆਪਾਂ ਦੇਖੀਏ GDP ਦੇ ਰਿਗਾਰਡਿੰਗ GDP ਵਰਸਿਸ GNP, ਇੱਕ ਤਾਂ ਇੱਥੇ ਚੇਂਜ ਆਇਆ ਤੇ FC ਦਾ ਮਤਲਬ ਸੇਮ ਹੈ। ਬਾਕੀ ਦੇਖੋ ਇੱਥੇ ਦੋਨਾਂ ਦਾ ਕੀ ਡਿਫਰੈਂਸ ਹੈ, ਸਿਰਫ MP ਦਾ। ਇੱਥੇ ਕੀ ਹੈ ਨੈਟ ਇਨਡਾਇਰੈਕਟ ਟੈਕਸਿਸ ਕੀ ਹੈ ਕੰਸੀਡਰਡ ਹੁੰਦੇ ਹੈ, FC 'ਚ ਕੰਸੀਡਰਡ ਨਹੀਂ ਹੁੰਦੇ। ਸੋ ਮਤਲਬ ਸੇਮ ਰਹੂਗਾ, ਬਸ FC ਤੇ MP 'ਚ ਕੀ ਡਿਫਰੈਂਸ ਆ ਜਾਂਦਾ ਹੈ ਨੈਟ ਇਨਡਾਇਰੈਕਟ ਟੈਕਸ ਦਾ। ਹੁਣ ਦੇਖਦੇ ਹਾਂ ਆਪਾਂ NDP ਐਟ ਫੈਕਟਰ ਕਾਸਟ ਤੇ ਮਾਰਕੀਟ ਪ੍ਰਾਈਸ। ਹੁਣ ਦੇਖੋ ਇਟ ਇਜ਼ ਅ ਸਮ ਟੋਟਲ ਆਫ ਫੈਕਟਰ ਇਨਕਮ ਅਰਨਡ। FC ਦਾ ਮਤਲਬ ਤਾਂ ਸੇਮ ਉਹੀ ਰਿਹਾ, P ਦਾ ਮਤਲਬ ਵੀ ਸੇਮ ਰਹੂ ਫਰੋਮ ਗੁਡਸ ਐਂਡ ਸਰਵਿਸਿਜ਼ ਪ੍ਰੋਡਿਊਸ। D ਦਾ ਮਤਲਬ ਤੁਹਾਨੂੰ ਹੁਣ ਮੈਂ ਦੱਸ ਹੀ ਚੁੱਕਾ GDP ਤੇ GNP ਤੋਂ। D ਦਾ ਮਤਲਬ ਕੀ ਹੈ ਵਿਦ ਇਨ ਦਾ ਬਾਉਂਡਰੀ ਲਾਈਨ ਆਫ ਦਾ ਕੰਟਰੀ। ਹੁਣ ਇੱਥੇ ਡਿਫਰੈਂਸ ਕੀ ਪਊਗਾ ਸਿਰਫ ਲਾਸਟ ਦੇ ਵਿੱਚ, ਕਿਉਂਕਿ ਕੀ ਚੇਂਜ ਹੋ ਗਿਆ ਆਪਣਾ ਉਰੇ G ਦੀ ਜਗ੍ਹਾ ਕੀ ਆ ਗਿਆ N ਦਾ ਮਤਲਬ ਕੀ ਹੁੰਦਾ ਨੈਟ। ਤੇ ਨੈਟ ਆਪਾਂ ਕਿਵੇਂ ਕੱਢਦੇ ਹੁੰਦੇ ਸੀਗੇ, ਗ੍ਰੋਸ ਮਾਈਨਸ ਡੈਪਰੀਸ਼ੀਏਸ਼ਨ। ਗ੍ਰੋਸ ਤੋਂ ਆਪਾਂ ਡੈਪਰੀਸ਼ੀਏਸ਼ਨ ਮਾਈਨਸ ਕਰ ਦਿੰਦੇ ਹਾਂ ਤਾਂ ਕੀ ਹੋ ਜਾਂਦਾ ਹੈ ਨੈਟ। ਤੇ ਆਪਾਂ ਗ੍ਰੋਸ ਨੂੰ ਆਪਾਂ ਕੀ ਕਹਿੰਦੇ ਹੁੰਦੇ ਸੀ ਐਡੀਸ਼ਨਲ ਕੈਪੀਟਲ, ਇਨਵੈਸਟ, ਤੇ N ਨੂੰ ਆਪਾਂ ਕੀ ਕਹਿ ਦਿੰਦੇ ਆ ਐਕਚੁਅਲ ਐਡੀਸ਼ਨਲ ਕੈਪੀਟਲ, ਕਿ ਐਕਚੁਅਲ 'ਚ ਕਿੰਨੀ ਹੋਈ ਹੈ ਘਾਟਾ ਵਾਧਾ ਕਰਕੇ। ਠੀਕ ਹੈ, ਤਾਂ ਆਪਾਂ ਕੀ ਕਰਦੇ ਹਾਂ ਜਿਹੜੀ ਆਪਾਂ ਨੇ ਇਨਵੈਸਟਮੈਂਟ ਕੀਤੀ ਹੁੰਦੀ ਹੈ ਉਹਦੇ ਵਿੱਚੋਂ ਉਸੇ ਸਾਲ ਦੀ ਡੈਪਰੀਸ਼ੀਏਸ਼ਨ ਨੂੰ ਮਾਈਨਸ ਕਰ ਦਿੰਦੇ ਹਾਂ, ਜਿਸ ਨਾਲ ਆਪਣੇ ਕੋਲ ਨੈਟ ਇਫੈਕਟ ਆ ਜਾਂਦਾ। ਸੋ ਡੈਫੀਨੇਸ਼ਨ ਕੀ ਬਣ ਗਈ NDP ਦੀ, ਇਟ ਇਜ਼ ਦੀ ਸਮ ਟੋਟਲ ਆਫ ਫੈਕਟਰ ਇਨਕਮ ਅਰਨਡ ਫਰੋਮ ਦੀ ਗੁਡਸ ਐਂਡ ਸਰਵਿਸਿਜ਼ ਪ੍ਰੋਡਿਊਸ ਵਿਦ ਇਨ ਦਾ ਬਾਉਂਡਰੀ ਲਾਈਨ ਆਫ ਕੰਟਰੀ ਐਕਸਕਲੂਡਿੰਗ ਡੈਪਰੀਸ਼ੀਏਸ਼ਨ ਇਨ ਐਨ ਅਕਾਊਂਟਿੰਗ ਈਅਰ। ਬਸ ਇੱਥੇ ਫੋਰਥ ਬਲੌਕ 'ਚ ਸਿਰਫ ਡਿਫਰੈਂਸ ਪੈ ਗਿਆ, ਬਾਕੀ ਸਭ ਸੇਮ ਹੈ। ਬਾਕੀ NDP 'ਚ ਹੁਣ ਕੀ ਹੈ ਸਾਰਾ ਕੁਝ ਸੇਮ, ਉੱਪਰ ਵਾਲਾ ਰਹੂਗਾ ਸੇਮ ਸੇਮ ਤੇ ਸੇਮ। ਫਰਕ ਕਿੱਥੇ ਆ ਜਾਊਗਾ ਫਸਟ 'ਚ, ਕਿਉਂਕਿ ਕੀ ਹੈ FC ਦੀ ਜਗ੍ਹਾ ਕੀ ਆ ਗਿਆ MP। ਸੋ ਇਟ ਇਜ਼ ਦਾ ਮਾਰਕੀਟ ਵੈਲਿਊ, ਇਟ ਇਜ਼ ਦਾ ਸਮ ਟੋਟਲ ਆਫ ਮਾਰਕੀਟ ਵੈਲਿਊ ਆਫ ਗੁਡਸ ਐਂਡ ਸਰਵਿਸਿਜ਼ ਪ੍ਰੋਡਿਊਸ ਵਿਦ ਇਨ ਦਾ ਬਾਉਂਡਰੀ ਲਾਈਨ ਆਫ ਕੰਟਰੀ ਐਕਸਕਲੂਡਿੰਗ ਡੈਪਰੀਸ਼ੀਏਸ਼ਨ ਇਨ ਐਨ ਅਕਾਊਂਟਿੰਗ ਈਅਰ। ਇੱਥੇ ਵੀ ਦੇਖ ਲੈਂਦੇ ਹਾਂ ਕੀ ਸੀਨ ਹੈ। ਦੇਖੋ ਨੈਟ ਦਾ ਮਤਲਬ ਕੀ ਦੱਸਿਆ ਸੀਗਾ, ਗ੍ਰੋਸ ਦਾ ਮਤਲਬ ਕੀ ਸੀਗਾ ਇਨਕਲੂਡਿੰਗ ਡੈਪਰੀਸ਼ੀਏਸ਼ਨ, ਨੈਟ ਦਾ ਮਤਲਬ ਕੀ ਹੋ ਗਿਆ ਐਕਸਕਲੂਡਿੰਗ ਡੈਪਰੀਸ਼ੀਏਸ਼ਨ। ਠੀਕ ਹੈ ਨਾ। P ਦਾ ਮਤਲਬ ਸੇਮ ਤੇ D ਦਾ ਮਤਲਬ ਕੀ ਰਹੂਗਾ ਬਾਈ ਰੈਜ਼ੀਡੈਂਟ ਔਰ ਨਾਨ ਰੈਜ਼ੀਡੈਂਟ ਆਫ ਕੰਟਰੀ ਇਨ ਇੰਡੀਆ, ਕਿ ਉਹ ਚਾਹੇ ਇੰਡੀਆ ਦਾ ਰੈਜ਼ੀਡੈਂਟ ਹੋਵੇ ਜਾਂ ਨਾ ਹੋਵੇ ਲੇਕਿਨ ਇੰਡੀਆ ਦੇ ਵਿੱਚ ਰਹਿ ਕੇ ਉਹ ਇਨਕਮ ਜਨਰੇਟ ਕਰ ਰਿਹਾ, ਕੋਈ ਪ੍ਰੋਡਕਟ ਬਣਾ ਰਿਹਾ ਤਾਂ ਉਹਨੂੰ ਵੀ ਕਾਊਂਟ ਕਰਾਂਗੇ। FC ਦਾ ਤੁਹਾਨੂੰ ਦੱਸਿਆ ਸੀਗਾ ਇਨਡਾਇਰੈਕਟ ਟੈਕਸਿਸ ਕੰਸੀਡਰ ਨਹੀਂ ਹੁੰਦੇ, ਤੇ MP 'ਚ ਕੀ ਹੁੰਦੇ ਆ ਹੋ ਜਾਂਦੇ ਆ। ਇਹ ਦੋਨਾਂ 'ਚ ਆਪਸ 'ਚ ਇਹੀ ਡਿਫਰੈਂਸ ਹੈ। ਲੇਕਿਨ ਆਪਾਂ ਅਗਰ GDP ਤੇ NDP ਦਾ ਡਿਫਰੈਂਸ ਦੇਖੀਏ ਤਾਂ ਕੀ ਡਿਫਰੈਂਸ ਆ ਜਾਂਦਾ ਹੈ ਇਹਦੇ ਵਿੱਚ ਡੈਪਰੀਸ਼ੀਏਸ਼ਨ ਦਾ। ਸੋ ਸਿੰਪਲ ਹੈ ਬਹੁਤ। ਹੁਣ ਆਪਾਂ ਨੈਕਸਟ ਪੜ੍ਹਦੇ ਹਾਂ NNP ਐਟ FC ਐਂਡ MP। NNP ਦਾ ਮਤਲਬ ਕੀ ਹੁੰਦਾ ਹੈ ਨੈਟ ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕਾਸਟ। ਹੁਣ ਦੇਖਦੇ ਹਾਂ ਆਪਾਂ ਇਹਨਾਂ ਦਾ ਪਹਿਲਾਂ ਤਾਂ ਕਿ ਡਿਫਰੈਂਸ ਕਿੱਥੇ ਆਊਗਾ। FC ਸੇਮ ਹੈ, ਤੁਹਾਨੂੰ ਦੱਸਿਆ ਸੀ ਕੀ ਹੁੰਦਾ ਹੈ। P ਨਾਲ ਵੀ ਸੇਮ ਹੈ, ਬਿਲਕੁਲ ਉਹੀ ਰਹੂਗਾ। ਇੱਥੇ ਡਿਫਰੈਂਸ ਕੀ ਆ ਗਿਆ NDP ਤੋਂ NNP, ਉੱਥੇ ਕੀ ਸੀ ਡੋਮੈਸਟਿਕ, ਇੱਥੇ ਕੀ ਆ ਗਿਆ ਨੈਸ਼ਨਲ। ਨੈਸ਼ਨਲ ਦਾ ਤੁਹਾਨੂੰ ਮੈਂ ਮਤਲਬ ਸਮਝਾਈ ਚੁੱਕਾ ਸੀਗਾ ਕੀ ਹੁੰਦਾ ਬਾਈ ਨਾਰਮਲ ਰੈਜ਼ੀਡੈਂਟ ਆਫ ਕੰਟਰੀ ਐਨੀਵੇਅਰ ਇਨ ਦਾ ਵਰਲਡ।
ਤੇ ਲਾਸਟ ਕੀ ਹੈ ਐਕਸਕਲੂਡਿੰਗ ਡੈਪਰੀਸ਼ੀਏਸ਼ਨ ਜੋ ਕੀ ਹੈ ਨੈਟ। ਯਾਦ ਰੱਖਿਓ ਇਹ ਨੈਟ ਹੁੰਦਾ ਹੈ, ਇਹ ਨੈਸ਼ਨਲ ਹੁੰਦਾ ਹੈ। ਨੈਟ ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕੋਸਟ। ਸੋ ਇਹਨਾਂ ਦੋਨਾਂ ਦਾ ਆਪਸ 'ਚ ਕਿੱਥੇ ਡਿਫਰੈਂਸ ਆਊਗਾ, ਇਹ ਕੀ ਰਹੂਗਾ ਸੇਮ ਰਹੂਗਾ ਜਾਂ ਅਲੱਗ ਰਹੂਗਾ, ਇਹ ਕੀ ਹੋ ਜਾਊਗਾ ਡਿਫਰੈਂਟ ਹੋ ਜਾਊਗਾ, ਬਿਕੋਜ਼ ਉੱਥੇ ਕੀ ਹੈ FC, ਇੱਥੇ ਕੀ ਹੈ MP, ਸਿਰਫ ਇਹ ਡਿਫਰੈਂਟ ਹੋ ਜਾਊਗਾ, ਬਾਕੀ ਸਭ ਕੀ ਰਹੂਗਾ ਸੇਮ। ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਊਗਾ। ਦੇਖੋ net excluding depreciation, P final product national by normal resident of country anywhere in the world, FC indirect taxes include नहीं ਹੁੰਦੇ ਤੇ MP 'ਚ indirect taxes considered ਕੀਤੇ ਜਾਂਦੇ ਆ। ਹੁਣ ਅਗਰ ਆਪਾਂ ਦੇਖੀਏ ਆਪਸ 'ਚ ਇਹਨਾਂ ਦਾ ਕਿੱਥੇ ਡਿਫਰੈਂਸ ਹੈ, ਸਿਰਫ FC ਤੇ MP ਨੂੰ ਲੈ ਕੇ, ਕਿ ਇੱਥੇ indirect taxes include ਨਹੀਂ ਹੁੰਦੇ, ਇੱਥੇ ਹੁੰਦੇ ਆ। ਬਟ ਅਗਰ ਆਪਾਂ ਦੇਖੀਏ ਹੁਣ GDP, ਅਗਰ ਆਪਾਂ GDP ਨੂੰ ਬੇਸ ਰੱਖ ਕੇ ਦੇਖੀਏ ਕਿ ਕੀ ਡਿਫਰੈਂਸ ਆ ਰਿਹਾ ਹੈ NNP ਦੇ ਵਿੱਚ, ਇੱਕ ਤਾਂ ਡਿਫਰੈਂਸ ਕਿੱਥੇ ਆ ਗਿਆ ਐਕਸਕਲੂਡਿੰਗ ਡੈਪਰੀਸ਼ੀਏਸ਼ਨ ਦਾ ਡਿਫਰੈਂਸ ਆ ਗਿਆ 1, ਹੋਰ ਡਿਫਰੈਂਸ ਕਿੱਥੇ ਆ ਗਿਆ D ਦਾ ਆ ਗਿਆ। ਉੱਥੇ ਕੀ ਹੁੰਦਾ GDP ਦੇ ਵਿੱਚ ਡੋਮੈਸਟਿਕ, ਇੱਥੇ ਕੀ ਆ ਗਿਆ ਨੈਸ਼ਨਲ, ਬਸ। ਬਾਕੀ FC MP ਉਹ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ। ਸੋ ਇਹਨਾਂ ਦਾ ਸਿਰਫ ਇਹ ਡਿਫਰੈਂਸ ਆਇਆ ਅਗਰ ਆਪਾਂ GDP ਤੋਂ NNP ਤੱਕ ਆਉਣਾ ਹੋਵੇ। ਬਾਕੀ ਆਪਾਂ ਦੇਖਦੇ ਹਾਂ ਹੁਣ ਆਪਾਂ ਕਿਵੇਂ ਡਰਾਈਵ ਕਰ ਸਕਦੇ ਹਾਂ ਅਗਰ ਆਪਾਂ GDP ਤੋਂ NNP ਤੱਕ ਆਉਣਾ ਹੈ, ਜਾਂ ਫਿਰ GDP ਤੋਂ ਆਪਾਂ ਕੋਈ ਵੀ ਫਾਰਮੂਲਾ ਅਗਰ ਕ੍ਰੀਏਟ ਕਰਨਾ ਹੈ। ਹੁਣ ਦੇਖੋ ਅਗਰ ਤੁਹਾਨੂੰ GDP ਦਾ ਕੰਸੈਪਟ ਯਾਦ ਰੱਖ ਲਿਆ ਤਾਂ ਤੁਸੀਂ ਇਹ ਤਿੰਨੋਂ ਕੰਸੈਪਟ ਨੂੰ ਬਿਨਾਂ ਪੜ੍ਹੇ ਹੀ ਕ੍ਰੀਏਟ ਕਰ ਸਕਦੇ ਹੋ। ਕਿਵੇਂ, ਹੁਣ GDP ਤੋਂ ਤੁਹਾਨੂੰ GNP ਤੱਕ ਜਾਣਾ ਹੈ, ਤੁਸੀਂ ਸਿਰਫ ਕੀ ਐਡ ਕਰੋਗੇ, ਕਿੱਥੇ ਡਿਫਰੈਂਸ ਆ ਰਿਹਾ, ਤੁਹਾਨੂੰ ਸਿਰਫ ਐਂ ਦੇਖਣਾ ਹੈ ਕਿ ਕਿਹੜੇ ਵਰਡ ਦਾ ਡਿਫਰੈਂਸ ਆ ਰਿਹਾ। GDP ਗ੍ਰੋਸ ਡੋਮੈਸਟਿਕ ਪ੍ਰੋਡਕਟ, ਇੱਥੇ ਕੀ ਹੈ ਗ੍ਰੋਸ ਨੈਸ਼ਨਲ ਪ੍ਰੋਡਕਟ। ਡੋਮੈਸਟਿਕ ਦਾ ਮਤਲਬ ਕੀ ਸੀਗਾ, ਸਿਰਫ ਜਿਹੜੀ ਇੰਡੀਆ ਦੇ ਵਿੱਚ ਰਹਿ ਕੇ ਲੋਕੀ ਪ੍ਰੋਡਕਟ ਬਣਾਉਂਦੇ ਹੈ, ਚਾਹੇ ਫੋਰਨ ਕੰਟਰੀ ਵਾਲੇ ਹੋਣ ਚਾਹੇ ਇੰਡੀਆ ਵਾਲੇ ਹੋਣ, ਉਹੀ ਕੈਲਕੂਲੇਟ ਹੋਣਗੇ। NP ਦਾ ਮਤਲਬ ਕੀ ਹੁੰਦਾ ਹੈ ਇੰਡੀਆ ਦਾ ਬੰਦਾ ਕਿਤੇ ਵੀ ਰਹਿ ਕੇ ਕੋਈ ਪ੍ਰੋਡਕਟ ਬਣਾਉਂਦਾ ਹੈ ਜਾਂ ਇਨਕਮ ਜਨਰੇਟ ਕਰਦਾ, ਐਡ ਹੋ ਜਾਊਗਾ। ਜਦੋਂ ਆਪਾਂ ਡੋਮੈਸਟਿਕ ਦੇ ਵਿੱਚ ਕੀ ਐਡ ਕਰ ਦਿੰਦੇ ਹਾਂ ਨੈਟ ਫੈਕਟਰ ਇਨਕਮ ਫਰੋਮ ਐਬਰੋਡ, ਜਦੋਂ ਡੋਮੈਸਟਿਕ ਦੇ ਵਿੱਚ ਨੈਟ ਫੈਕਟਰ ਇਨਕਮ ਫਰੋਮ ਐਬਰੋਡ ਆਪਾਂ ਐਡ ਕਰ ਦਿੰਦੇ ਹਾਂ, ਕੀ ਬਣ ਜਾਂਦਾ ਹੈ GNP। ਆਈ ਹੋਪ ਤੁਹਾਨੂੰ ਇਹ ਸਮਝ ਲੱਗ ਗਿਆ ਹੋਊਗਾ GDP ਤੋਂ ਆਪਾਂ ਨੇ GNP ਕਿਵੇਂ ਕ੍ਰੀਏਟ ਕੀਤਾ ਹੈ। ਹੁਣ ਦੇਖਦੇ ਹਾਂ ਆਪਾਂ GDP ਤੋਂ ਅਗਰ NDP ਬਣਾਉਣਾ ਹੋਵੇ ਕਿਵੇਂ ਕ੍ਰੀਏਟ ਕਰਾਂਗੇ। ਕਲਰ ਆਪਾਂ ਚੇਂਜ ਕਰ ਲੈਂਦੇ ਹਾਂ ਪੈਨ ਦਾ। ਜਦੋਂ ਹੁਣ GDP ਤੋਂ ਆਪਾਂ ਨੇ ਕਿੱਥੇ ਪਹੁੰਚਣਾ NDP, ਹੁਣ ਦੇਖੋ ਕਿੱਥੇ ਕਿੱਥੇ ਡਿਫਰੈਂਸ ਹੈ। G ਦਾ ਕੀ ਬਣ ਗਿਆ N। ਸੋ ਆਪਾਂ ਕੀ ਕਰਾਂਗੇ ਇਹਦੇ ਵਿੱਚ GDP ਦੇ ਵਿੱਚ ਕੀ ਕਰਾਂਗੇ ਡੈਪਰੀਸ਼ੀਏਸ਼ਨ ਨੂੰ ਲੈਸ ਕਰ ਦਾਂਗੇ। ਜਿਹੜੀ GDP ਦੀ ਵੈਲਿਊ ਹੋਊਗੀ ਗ੍ਰੋਸ ਦੇ ਵਿੱਚੋਂ ਆਪਾਂ ਡੈਪਰੀਸ਼ੀਏਸ਼ਨ ਨੂੰ ਜੋ ਲੈਸ ਕਰ ਦਾਂਗੇ ਉਹ ਕੀ ਬਣ ਜਾਊਗਾ ਨੈਟ। ਬਾਕੀ ਸਾਰਾ ਕੁਝ ਕੀ ਰਹੂਗਾ ਸੇਮ। ਸੋ ਕੀ ਬਣ ਗਿਆ ਨੈਟ ਡੋਮੈਸਟਿਕ ਪ੍ਰੋਡਕਟ। ਆਈ ਹੋਪ ਇਹ ਵੀ ਤੁਹਾਨੂੰ ਸਮਝ ਲੱਗ ਗਿਆ ਹੋਊਗਾ ਕਿ ਗ੍ਰੋਸ ਦੇ ਵਿੱਚੋਂ ਮਾਈਨਸ ਕਰਾਂਗੇ ਡੈਪਰੀਸ਼ੀਏਸ਼ਨ ਇਜ਼ ਇਕੁਅਲ ਟੂ ਨੈਟ। ਬਾਕੀ ਵੈਲਿਊਜ਼ ਅਗਰ ਗਿਵਨ ਹੋਗੀਆਂ ਤਾਂ ਸੇਮ ਰਹਿਣਗੀਆਂ। ਹੁਣ ਦੇਖਦੇ ਹਾਂ ਆਪਾਂ GDP ਤੋਂ ਜਦੋਂ ਆਪਾਂ ਨੇ NNP ਤੱਕ ਜਾਣਾ ਹੈ, GDP ਤੋਂ NNP ਤੱਕ ਜਾਣਾ। ਹੁਣ ਡਿਫਰੈਂਸ ਕਿੱਥੇ ਆ ਰਿਹਾ ਹੈ, ਇੱਕ ਤਾਂ G ਦਾ N ਬਣ ਗਿਆ, ਇੱਕ D ਦਾ ਕੀ ਬਣ ਗਿਆ N ਬਣ ਗਿਆ, ਤੇ P ਦਾ ਸੇਮ ਹੀ ਰਹੂਗਾ। ਹੁਣ ਦੇਖੋ ਗ੍ਰੋਸ ਦਾ ਜਦੋਂ ਆਪਾਂ ਨੇ ਨੈਟ ਬਣਾਉਣਾ ਕੀ ਹੋ ਜਾਊਗਾ ਗ੍ਰੋਸ ਚੋਂ ਮਾਈਨਸ ਡੈਪਰੀਸ਼ੀਏਸ਼ਨ, ਠੀਕ ਹੈ। ਤੇ ਡੋਮੈਸਟਿਕ ਦਾ ਜਦੋਂ ਆਪਾਂ ਨੇ N ਬਣਾਉਣਾ ਕੀ ਹੋਊਗਾ ਪਲੱਸ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਐਡ ਹੋ ਜੂ। ਨੈਟ ਵਰਡ ਯਾਦ ਰੱਖਿਓ, ਨੈਟ ਫੈਕਟਰ ਇਨਕਮ ਫਰੋਮ ਅਬਰੋਡ ਕੱਢਣ ਦਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕਿਵੇਂ ਕੱਢਦੇ ਆ, ਉਹ ਫਸਟ ਲੈਕਚਰ ਦੇ ਵਿੱਚ ਹੈ। ਸੋ ਕੀ ਹੋਊਗਾ GDP ਦੇ ਵਿੱਚੋਂ ਆਪਾਂ ਡੈਪਰੀਸ਼ੀਏਸ਼ਨ ਲੈਸ ਕਰ ਦਾਂਗੇ ਤੇ ਐਡ ਕੀ ਕਰ ਦਾਂਗੇ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਇਜ਼ ਇਕੁਅਲ ਟੂ NNP। ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਊਗਾ ਕਿ ਆਪਾਂ ਨੇ GDP ਤੋਂ ਬਾਕੀ ਸਾਰੇ ਫਾਰਮੂਲਾਸ ਕਿਵੇਂ ਕ੍ਰੀਏਟ ਕੀਤੇ ਹੈ। ਸੋ ਬਹੁਤ ਹੀ ਸਿੰਪਲ ਕੰਸੈਪਟ ਹੈ।
ਅਗਰ ਤੁਸੀਂ ਜੀਡੀਪੀ ਦਾ ਕਨਸੈਪਟ ਯਾਦ ਰੱਖਦੇ ਹੋ ਤੁਸੀਂ ਜੀਐਨਪੀ ਐਨਡੀਪੀ ਐਨਐਨਪੀ ਨੂੰ ਅੱਖਾਂ ਬੰਦ ਕਰਕੇ ਹੀ ਕੱਢ ਸਕਦੇ ਹੋ ਕਿ ਕਿਵੇਂ ਕੱਢਦੇ ਆ। ਬਾਕੀ ਇਹ ਸਾਰਾ ਕੁਝ ਫਸਟ ਲੈਕਚਰ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਤਾਂ ਬਹੁਤ ਈਜ਼ੀ ਲੱਗਿਆ ਹੋਊਗਾ। ਬਾਕੀ ਬਹੁਤ ਇੰਟਰਸਟਿੰਗ ਟੌਪਿਕ ਹੁੰਦਾ ਹੈ ਜਿਹੜਾ ਜੀਡੀਪੀ ਜੀਐਨਪੀ ਆਪਾਂ ਜੋ ਪੜ੍ਹਦੇ ਆ। ਆਉਣ ਵਾਲੀ ਵੀਡੀਓਜ਼ 'ਚ ਵੀ ਆਪਾਂ ਐਵੇਂ ਹੀ ਅਲੱਗ-ਅਲੱਗ ਟ੍ਰਿਕਸ ਲਗਾ ਕੇ ਪੜਾਂਗੇ ਜਿਨ੍ਹਾਂ ਨਾਲ ਆਪਾਂ ਨੂੰ ਕੋਈ ਵੀ ਚੀਜ਼ ਸਮਝਣ 'ਚ ਕੋਈ ਦਿੱਕਤ ਨਾ ਆਵੇ। ਬਾਕੀ ਮੈਂ ਤੁਹਾਨੂੰ ਇੱਕ ਹੋਰ ਪਾਰਟ ਪੜ੍ਹਾ ਦਿੰਦਾ ਕੀ ਆ ਉਹਦਾ FC2MP ਕਿ ਆਪਾਂ ਨੇ ਫੈਕਟਰ ਕਾਸਟ ਟੂ ਐਮਪੀ 'ਚ ਕਿਵੇਂ ਜਾਂਦੇ ਆ। FC ਦੇ ਵਿੱਚ ਆਪਾਂ ਕੀ ਐਡ ਕਰ ਦਿੰਦੇ ਆ ਨੈਟ ਇਨਡਾਇਰੈਕਟ ਟੈਕਸ। ਤੇ ਨੈਟ ਇਨਡਾਇਰੈਕਟ ਟੈਕਸ ਕਿਵੇਂ ਕੱਢਦੇ ਆ ਇਹ ਤੁਸੀਂ ਫਸਟ ਪਾਰਟ ਦੇਖਿਓ ਅਗਰ ਕਿਸੇ ਨੇ ਨਹੀਂ ਦੇਖਿਆ, ਉਸ 'ਚ ਮੈਂ ਦੱਸਿਆ ਹੋਇਆ ਕਿ ਇਨਡਾਇਰੈਕਟ ਟੈਕਸ 'ਚੋਂ ਆਪਾਂ ਸਬਸਿਡੀਜ਼ ਨੂੰ ਮਾਈਨਸ ਕਰ ਦਿੰਦੇ ਆ ਤਾਂ ਨੈਟ ਆ ਜਾਂਦਾ। ਠੀਕ ਹੈ, ਸੋ ਅੱਜ ਲਈ ਇੰਨਾ ਹੀ। ਆਈ ਹੋਪ ਤੁਹਾਨੂੰ ਅੱਜ ਦਾ ਲੈਕਚਰ ਮੇਰਾ ਅੱਛਾ ਲੱਗਿਆ ਹੋਊਗਾ। ਅਗਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਜ਼ਰੂਰ ਇਹਨੂੰ ਲਾਈਕ ਕਰਿਆ ਕਰੋ। ਬਾਕੀ ਕਮੈਂਟਸ ਤੁਸੀਂ ਦੱਸਿਆ ਕਰੋ ਕਿ ਲੈਕਚਰ ਤੁਹਾਨੂੰ ਕੈਸਾ ਲੱਗਿਆ। ਅਗਰ ਕੋਈ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੈਨੂੰ ਕਮੈਂਟ 'ਚ ਦੱਸੋ, ਆਪਾਂ ਨੈਕਸਟ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਸ਼ੇਅਰ ਕਰਾਂਗੇ। ਸੋ ਅੱਜ ਲਈ ਇੰਨਾ ਹੀ। ਥੈਂਕ ਯੂ ਸੋ ਮਚ।